गुरु रू प्यारी साध संगत जी, वाहिगुरु जी का खालसा, वाहिगुरु जी की फतेह। प्रोफैसर पूरन सिंह जी की कमोलक लिखत है जिसका सिरलेख है जीवन का संचालन। आओ उसका अखीरला भाग सरवण करने की कोशिश करिए जी। लड़ी नूं जोड़न लई पिछले भाग दियां कुछ सतरां दोबारा पढ़ियां जा रही हैं। गुरु ही प्रभु नूं साकार करदा है। गुरु दी बाणी दा तां इक्को ही मुख महत्व है कि ਇਹ ਮਨੁੱਖ ਨੂੰ ਪ੍ਰਭੂ ਸਰੂਪ ਵਿੱਚ ਢਾਲਦੀ ਹੈ। ਗੁਰੂ ਦੇ ਮਨ ਵਿੱਚੋਂ ਮਨੁੱਖੀ ਕਿਰਿਆਵਾਂ ਦਾ ਕੋਈ ਵੀ ਪੱਖ ਪਰੋਖੇ ਨਹੀਂ ਹੁੰਦਾ, ਨਾ ਹੀ ਇਹਨਾਂ ਵਸਤਾਂ ਦੇ ਕਿਸੇ ਖਾਸ ਪੱਖ ਉੱਤੇ ਪੱਖਪਾਤੀ ਕਿਸੇ ਦੇ ਦ੍ਰਿਸ਼ਟੀਕੋਣ ਰੱਖਣ ਨਾਲ ਇਹਨਾਂ ਦੇ ਅਰਥ ਗੁਆਚ ਜਾਂਦੇ ਹਨ ਤੇ ਇਹਨਾਂ ਦੇ ਗੁੰਝਲਦਾਰ ਲੱਛਿਆਂ ਵਿੱਚ ਕੋਈ ਉਲਝਣ ਪੈਂਦੀ ਹੈ। ਜਿਹਾ ਕਿ ਆਮ ਤੌਰ ਤੇ ਵਿਕਲੋਤਰਾ ਸੋਚਣ ਵਾਲੇ ਤੇ ਲੋੜ ਤੋਂ ਵਧੇਰੇ ਉਤਸ਼ਾਹੀ ਉਹਨਾਂ ਪ੍ਰਯੋਗਕਾਰਾਂ ਕੋਲੋਂ ਹੋ ਜਾਂਦਾ ਹੈ ਜਿਨ੍ਹਾਂ ਨੇ ਪਹਿਲੀ ਵਾਰ ਆਤਮਿਕ ਜੀਵਨ ਦੇ ਕਿਸੇ ਨਿੱਕੇ ਜਿਹੇ ਅੰਸ਼ ਦਾ ਅਨੁਭਵ ਕੀਤਾ ਹੁੰਦਾ ਹੈ। ਛੋਟੇ ਬੱਚਿਆਂ ਦੀ ਪ੍ਰਵਿਰਤੀ ਸ੍ਰਿਸ਼ਟੀ ਤੇ ਸੱਚ ਬਾਰੇ ਆਪਣੇ ਢੰਗ ਨਾਲ ਸੋਚਣ ਉੱਤੇ ਬਲ ਦਿੰਦੀ ਹੈ, ਕਿਉਂ ਜੋ ਬਾਲ ਆਤਮਾ ਦੇ ਵਿਕਾਸ ਦਾ ਅੰਤਿਮ ਪੜਾਅ ਇਸ ਹੱਦ ਤੱਕ ਹੀ ਵਿਕਸਿਤ ਹੁੰਦਾ ਹੈ। ਪਿਤਾ ਦੇ ਰੂਪ ਵਿੱਚ ਉਸਦੇ ਹਿਰਦੇ ਦੀ ਵਿਸ਼ਾਲਤਾ ਦੇ ਅੰਤਰਗਤ ਬੱਚਿਆਂ ਵਾਲੀ ਇਹ ਅੰਗਾਂ ਦੀ ਫੁਰਤੀ ਤੇ ਸ਼ਰਾਰਤਾਂ ਦੀ ਮਨੋਵਿਰਤੀ ਵਿਚਰਦੀ ਤਾਂ ਰਹਿੰਦੀ ਹੈ, ਪਰ ਇਹ ਉਸ ਨਾਲ ਸਮਝੌਤਾ ਕਰਕੇ ਇਕਸੁਰ ਹੋ ਜਾਂਦੀ ਹੈ। ਜਿਵੇਂ ਉਹਨਾਂ ਦੀਆਂ ਕਿਰਿਆਵਾਂ ਬਾਪ ਵਿੱਚ ਸਮਾ ਕੇ ਸ੍ਰਿਸ਼ਟੀ ਰਚਨਾ ਨੂੰ ਅਰਥ ਦੇ ਦਿੰਦੀਆਂ ਹਨ, ਤਿਵੇਂ ਹੀ ਇੱਕ ਵਿਅਕਤੀ ਗੁਰੂ ਦੀ ਆਤਮਾ ਵਿੱਚ ਆਪਣੇ ਸਾਰੇ ਸੰਕਲਪਾਂ ਦੇ ਪ੍ਰਬੰਧ ਨੂੰ ਸਾਕਾਰ ਕਰਦਾ ਹੋਇਆ ਅਨੁਭਵ ਕਰਦਾ ਹੈ। ਜਿਹੜਾ ਵਿਅਕਤੀ ਗੁਰੂ ਦੇ ਪ੍ਰਕਾਸ਼ ਦੁਆਰਾ ਆਪਣੇ ਹਿਰਦੇ ਅੰਦਰ ਸਿਤਾਰਿਆਂ ਦਾ ਪ੍ਰਕਾਸ਼ ਕਰ ਲੈਂਦਾ ਹੈ, ਜਿਸ ਨੂੰ ਜਦੋਂ ਗੁਰੂ ਜੀ ਨਿਹਾਰਦੇ ਹਨ ਤਾਂ ਉਸ ਵਿਅਕਤੀ ਦੀ ਪ੍ਰਸ਼ੰਸਾ ਵੀ ਕਰਦੇ ਹਨ। ਗੁਰੂ ਜੀ ਫਰਮਾਉਂਦੇ ਹਨ, ਸਭ ਭਲਾ ਹੈ, ਪ੍ਰਭੂ शिव स्वरूप है, सब सुंदर है, क्यों जो रचनहार प्रभु आप सुंदर है। जदों अनात्म दे अचंबा कर देने वाले विशाल पसारे विच वो प्रभु दे व्यापक निज स्वरूप दा दीदार कर लैंदा है तां सृष्टि रचना दे वर्तारे बारे किसे कारण नूं जानण दी उसदी जग्यासा जां पुछ दा अंत हो जांदा है। ਇਹ ਬ੍ਰਹਿਮੰਡ ਤੇ ਸਗਲ ਸ੍ਰਿਸ਼ਟੀ ਇੰਨੀ ਮਨੋਹਰ ਤੇ ਅਦਭੁਤ ਪ੍ਰਤੀਤ ਹੁੰਦੀ ਹੈ ਕਿ ਉਸ ਦਾ ਮਨ ਆਤਮਾ ਵਿੱਚ ਅਭੇਦ ਹੋ ਜਾਂਦਾ ਹੈ ਅਤੇ ਵਿਸਮਾਦ ਵਿੱਚ ਆ ਕੇ ਪ੍ਰਭੂ ਪ੍ਰੀਤਮ ਦੀ ਕੀਰਤੀ ਵਿੱਚ ਵਾਹ ਵਾਹ ਦਾ ਗੁਣ ਗਾਇਨ ਕਰਨ ਲੱਗ ਪੈਂਦਾ ਹੈ। ਪ੍ਰਭੂ ਪ੍ਰੀਤਮ ਦੇ ਸਰਗੁਣ ਸਰੂਪ ਵਿੱਚ ਇਹ ਭਾਲ ਸੰਪੂਰਨ ਹੋ ਜਾਂਦੀ ਹੈ ਅਤੇ ਸਾਰੇ ਸ਼ਿਕਵੇ ਗਿਲੇ ਤੇ ਸੋਗਾਂ ਦੀ ਨਿਵਰਤੀ ਹੋ ਜਾਂਦੀ ਹੈ। ਫਿਰ ਦੁਹਰਾ ਦਈਏ, ਜਦੋਂ ਅਨਾਤਮ ਦੇ ਅਚੰਭਾ ਕਰ ਦੇਣ ਵਾਲੇ ਵਿਸ਼ਾਲ ਪਸਾਰੇ ਵਿੱਚ ਉਹ ਪ੍ਰਭੂ ਦੇ ਵਿਆਪਕ ਨਿਜ ਸਰੂਪ ਦਾ ਦੀਦਾਰ ਕਰ ਲੈਂਦਾ ਹੈ ਤਾਂ ਸ੍ਰਿਸ਼ਟੀ ਰਚਨਾ ਦੇ ਵਰਤਾਰੇ ਬਾਰੇ ਕਿਸੇ ਕਾਰਨ ਨੂੰ ਜਾਣਨ ਦੀ ਉਸਦੀ ਜਗਿਆਸਾ ਜਾਂ ਪੁੱਛ ਦਾ ਅੰਤ ਹੋ ਜਾਂਦਾ ਹੈ। ਇਹ ਬ੍ਰਹਿਮੰਡ ਤੇ ਸਗਲ ਸ੍ਰਿਸ਼ਟੀ ਇੰਨੀ ਮਨੋਹਰ ਤੇ ਅਦਭੁਤ ਪ੍ਰਤੀਤ ਹੁੰਦੀ ਹੈ ਕਿ ਉਸ ਦਾ ਮਨ ਆਤਮਾ ਵਿੱਚ ਅਭੇਦ ਹੋ ਜਾਂਦਾ ਹੈ ਅਤੇ ਵਿਸਵਾਦ ਵਿੱਚ ਆ ਕੇ ਪ੍ਰਭੂ ਪ੍ਰੀਤਮ ਦੀ ਕੀਰਤੀ ਵਿੱਚ ਵਾਹ ਵਾਹ ਦਾ ਗੁਣ ਗਾਇਨ ਕਰਨ ਲੱਗ ਪੈਂਦਾ ਹੈ। ਪ੍ਰਭੂ ਪ੍ਰੀਤਮ ਦੇ ਸਰਗੁਣ ਸਰੂਪ ਵਿੱਚ ਇਹ ਭਾਲ ਸੰਪੂਰਨ ਹੋ ਜਾਂਦੀ ਹੈ ਅਤੇ ਸਾਰੇ ਸ਼ਿਕਵੇ ਗਿਲੇ ਤੇ ਸੋਗਾਂ ਦੀ ਨਿਵਰਤੀ ਹੋ ਜਾਂਦੀ ਹੈ। ਆਕਾਸ਼ ਨੂੰ ਵੀ ਸੁੰਦਰ ਅਰਥ ਉਸ ਸਮੇਂ ਪ੍ਰਾਪਤ ਹੁੰਦੇ ਹਨ ਜਦੋਂ ਇਸ ਵਿੱਚ ਅਸੀਂ ਲੱਖਾਂ ਸਿਤਾਰਿਆਂ ਦੇ ਜਗਮਗਾਵਣ ਦੇ ਦ੍ਰਿਸ਼ ਪਿਛੋਕੜ ਨੂੰ ਤੱਕਦੇ ਹਾਂ। ਇਸ ਲਈ ਉਸ ਪ੍ਰਭੂ ਪ੍ਰੀਤਮ ਦਾ ਭਾਵੇਂ ਕੋਈ ਵੀ ਨਾਂ ਧਰ ਲਓ, ਅਗਿਆਤ ਪਰਮਾਤਮਾ ਹੀ ਇਸ ਦੇ ਅੰਤਰਗਤ ਵਿਦਮਾਨ ਹੋਵੇਗਾ ਤੇ ਉਹ ਵੀ ਜੀਵਨ ਦੀ ਉਸ ਦਸ਼ਾ ਤੇ ਪ੍ਰਸਥਿਤੀਆਂ ਅਨੁਸਾਰ ਜੋ ਕਿ ਇਸ ਧਰਤੀ ਉੱਤੇ ਵਿਆਪਕ ਹੁੰਦੀਆਂ ਹਨ। ਜਿਨ੍ਹਾਂ ਆਤਮਾਵਾਂ ਵਿੱਚ ਇਸ ਜਗਮਗਾਉਂਦੇ ਸੱਚ ਦਾ ਪ੍ਰਕਾਸ਼ ਹੁੰਦਾ ਹੈ, ਉਹ ਹੀ ਪ੍ਰਭੂ ਪ੍ਰੀਤਮ ਦੇ ਭਲੇ ਸੰਤ ਪੁਰਸ਼ ਹੁੰਦੇ ਹਨ। ਪ੍ਰਭੂ ਨੂੰ ਅਸੀਂ ਕਿੱਥੇ ਪਾ ਲਈਏ? ਗੁਰੂ ਜੀ ਦਾ ਕਥਨ ਹੈ, ਪ੍ਰਭੂ ਤਾਂ ਭਲੇ ਸੰਤ ਪੁਰਸ਼ਾਂ ਦੇ ਸਰੂਪ ਅਤੇ ਬਚਨਾਂ ਵਿੱਚ ਵਿਦਮਾਨ ਹੈ। ਪ੍ਰਭੂ ਤਾਂ ਆਪਣੇ ਸੰਤ ਪੁਰਸ਼ ਦੇ ਬੋਲਾਂ ਵਿੱਚ ਵਿਚਰਦਾ ਹੈ। ਫਿਰ ਦੁਹਰਾ ਦਈਏ,
ਜਿਨ੍ਹਾਂ ਆਤਮਾਵਾਂ ਵਿੱਚ ਇਸ ਜਗਮਗਾਉਂਦੇ ਸੱਚ ਦਾ ਪ੍ਰਕਾਸ਼ ਆਉਂਦਾ ਹੈ, ਉਹ ਹੀ ਪ੍ਰਭੂ ਪ੍ਰੀਤਮ ਦੇ ਭਲੇ ਸੰਤ ਪੁਰਸ਼ ਹੁੰਦੇ ਹਨ। ਪ੍ਰਭੂ ਨੂੰ ਅਸੀਂ ਕਿੱਥੇ ਪਾ ਲਈਏ? ਗੁਰੂ ਜੀ ਦਾ ਕਥਨ ਹੈ, ਪ੍ਰਭੂ ਤਾਂ ਭਲੇ ਸੰਤ ਪੁਰਸ਼ਾਂ ਦੇ ਸਰੂਪ ਅਤੇ ਬਚਨਾਂ ਵਿੱਚ ਵਿਦਮਾਨ ਹੈ। ਪ੍ਰਭੂ ਤਾਂ ਆਪਣੇ ਸੰਤ ਪੁਰਸ਼ ਦੇ ਬੋਲਾਂ ਵਿੱਚ ਵਿਚਰਦਾ ਹੈ। ਮਨੁੱਖ ਦੀ ਸੱਚੀ ਸੰਸਕ੍ਰਿਤੀ ਆਤਮਾ ਦੀ ਵਤ ਹੈ, ਨਾ ਕਿ ਮਨ ਦੀ। ਇਹ ਤਾਂ ਭਾਵਨਾਵਾਂ ਦੀ ਦੇਣ ਹੈ, ਨਾ ਕਿ ਵਿਚਾਰਾਂ ਦੀ। ਜੀਵਨ ਦੀਆਂ ਵਿਸ਼ੇਸ਼ ਹਾਲਤਾਂ ਦੇ ਆਧਾਰ ਉੱਤੇ ਵਿਚਾਰ ਦੀ ਉਸਾਰੀ ਹੁੰਦੀ ਹੈ, ਤੇ ਇਹ ਵਿਚਾਰ ਆਪਣੀ ਸਿਖਰਾਂ ਨੂੰ ਛੋਹ ਕੇ ਵੀ ਅਸੰਭਵ ਵਿੱਚ ਪੁੱਜ ਕੇ ਮਰ ਜਾਂਦਾ ਹੈ। ਪਰ ਭਾਵਨਾਵਾਂ ਤਾਂ ਆਤਮਾ ਦਾ ਸਾਕਾਰ ਸਰੂਪ ਹੁੰਦੀਆਂ ਹਨ। ਫਿਰ ਦੁਹਰਾ ਦਈਏ, ਮਨੁੱਖ ਦੀ ਸੱਚੀ ਸੰਸਕ੍ਰਿਤੀ ਆਤਮਾ ਦੀ ਵਤ ਹੈ, ਨਾ ਕਿ ਮਨ ਦੀ। ਇਹ ਤਾਂ ਭਾਵਨਾਵਾਂ ਦੀ ਦੇਣ ਹੈ, ਨਾ ਕਿ ਵਿਚਾਰਾਂ ਦੀ। ਜੀਵਨ ਦੀਆਂ ਵਿਸ਼ੇਸ਼ ਹਾਲਤਾਂ ਦੇ ਆਧਾਰ ਉੱਤੇ ਵਿਚਾਰ ਦੀ ਉਸਾਰੀ ਹੁੰਦੀ ਹੈ, ਤੇ ਇਹ ਵਿਚਾਰ ਆਪਣੀ ਸਿਖਰਾਂ ਨੂੰ ਛੋਹ ਕੇ ਵੀ ਅਸੰਭਵ ਵਿੱਚ ਪੁੱਜ ਕੇ ਮਰ ਜਾਂਦਾ ਹੈ। ਪਰ ਭਾਵਨਾਵਾਂ ਤਾਂ ਆਤਮਾ ਦਾ ਸਾਕਾਰ ਸਰੂਪ ਹੁੰਦੀਆਂ ਹਨ। ਵਿਚਾਰ ਤਾਂ ਸੁਨਹਿਰੀ ਗਦਾ ਹੈ, ਜਿਸ ਨੂੰ ਕੁਝ ਵਿਸ਼ੇਸ਼ ਰਸਮਾਂ ਰੀਤਾਂ ਦੀ ਪੂਰਤੀ ਸਮੇਂ ਗਦੀ ਤੇ ਬਿਠਾ ਦਿੱਤਾ ਜਾਂਦਾ ਹੈ। ਪਰ ਜਿੱਥੇ ਵਿਸ਼ੇਸ਼ ਅਨੁਪਾਤ ਵਿੱਚ ਭਾਵਨਾਵਾਂ ਦੀ ਸੰਸਕ੍ਰਿਤੀ ਦੀ ਪ੍ਰਧਾਨਤਾ ਹੁੰਦੀ ਹੈ, ਉੱਥੇ ਮਨੁੱਖੀ ਆਤਮਾ ਦੇ ਆਧਾਰ ਉੱਤੇ ਸਿਰਜੇ ਗਏ ਸਮਾਜ ਵਿੱਚ ਸ਼ਾਂਤੀ, ਪ੍ਰੇਮ, ਦਇਆ ਤੇ ਅੰਤਰੀਵ ਸ਼ੁਭ ਗੁਣ ਵੇਖੇ ਜਾ ਸਕਦੇ ਹਨ। ਉੱਥੇ ਆਪਣੇ ਸਾਥੀ ਭੈਣ ਭਰਾਵਾਂ ਦੀ ਸੇਵਾ ਵਿੱਚ ਲੱਗ ਕੇ ਸਵਾਰਥ ਦੀ ਭਾਵਨਾ ਆਪ ਮੁਹਾਰੇ ਹੀ ਖਤਮ ਹੋ ਜਾਂਦੀ ਹੈ, ਤੇ ਸੱਚੇ ਅਰਥਾਂ ਵਿੱਚ ਸਭ ਮਨੁੱਖ ਸਵਾਰਥ ਰਹਿਤ ਹੋ ਜਾਂਦੇ ਹਨ। ਪਰ ਜਿੱਥੇ ਵਿਸ਼ੇਸ਼ ਅਨੁਪਾਤ ਵਿੱਚ ਵਿਚਾਰ ਦੀ ਪ੍ਰਧਾਨਤਾ ਹੁੰਦੀ ਹੈ, ਉੱਥੇ ਸਮਾਜਿਕ ਏਕਤਾ ਦਾ ਅਭਾਵ ਹੋ ਜਾਂਦਾ ਹੈ। ਸਵਾਰਥੀ ਭਾਵਨਾ ਮਨੁੱਖ ਵਿੱਚ ਜ਼ਹਿਰ ਭਰ ਦਿੰਦੀ ਹੈ, ਤੇ ਆਤਮਾ ਨਿਪਟ ਸਰੀਰ ਵਿੱਚ ਭ੍ਰਸ਼ਟ ਹੋ ਜਾਂਦੀ ਹੈ, ਇੱਕ ਜਿਉਂਦੀ ਲਾਸ਼ ਬਣ ਜਾਂਦੀ ਹੈ। ਫਿਰ ਦੁਹਰਾ ਦਈਏ, ਪਰ ਜਿੱਥੇ ਵਿਸ਼ੇਸ਼ ਅਨੁਪਾਤ ਵਿੱਚ ਵਿਚਾਰ ਦੀ ਪ੍ਰਧਾਨਤਾ ਹੁੰਦੀ ਹੈ, ਉੱਥੇ ਸਮਾਜਿਕ ਏਕਤਾ ਦਾ ਅਭਾਵ ਹੋ ਜਾਂਦਾ ਹੈ। ਸਵਾਰਥੀ ਭਾਵਨਾ ਮਨੁੱਖ ਵਿੱਚ ਜ਼ਹਿਰ ਭਰ ਦਿੰਦੀ ਹੈ, ਤੇ ਆਤਮਾ ਨਿਪਟ ਸਰੀਰ ਵਿੱਚ ਭ੍ਰਸ਼ਟ ਹੋ ਜਾਂਦੀ ਹੈ, ਇੱਕ ਜਿਉਂਦੀ ਲਾਸ਼ ਬਣ ਜਾਂਦੀ ਹੈ। ਸਭ ਧਰਮ, ਕਲਾਵਾਂ ਤੇ ਸਾਹਿਤ ਸੱਚ ਤੇ ਯਥਾਰਥ ਦੀਆਂ ਇਹਨਾਂ ਰਹੱਸਵਾਦੀ ਡੂੰਘਾਣਾਂ ਵਿੱਚੋਂ ਉਤਪੰਨ ਹੁੰਦੇ ਹਨ। ਪਰ ਮਨੁੱਖ ਆਪਣੀ ਆਤਮਾ ਦੀ ਸਥਿਤੀ ਅਨੁਸਾਰ ਹੀ ਸੁੰਦਰਤਾ ਤੇ ਸ਼ਾਨ ਭਰਪੂਰ ਇਹਨਾਂ ਰਹੱਸਵਾਦੀ ਸਿਖਰਾਂ ਨੂੰ ਗੁਆ ਬੈਠਦੇ ਹਨ। ਨਿਰਸੰਦੇਹ ਇਹ ਕੇਵਲ ਪੋਪਾਂ ਤੇ ਬਿਸ਼ਪਾਂ ਦੇ ਭ੍ਰਸ਼ਟ ਹੋ ਜਾਣ ਦੀ ਪ੍ਰਕਿਰਿਆ ਹੀ ਨਹੀਂ ਸੀ, ਜੋ ਇਸ ਆਤਮਾ ਰਤੇ ਸਮਾਜ ਦੀ ਸ਼ਸਤਰਬੱਧ ਸੱਤਾ ਪ੍ਰਾਪਤ ਕਰ ਲੈਣ ਦੀ ਚੇਸ਼ਟਾ ਦੇ ਗੰਧ ਗੁੱਦੜ ਵਿੱਚੋਂ ਉਤਪੰਨ ਹੋਈ, ਜਿਸ ਦੇ ਫਲ ਸਰੂਪ ਯੂਰਪ ਵਿੱਚ ਸੁਧਾਰਵਾਦ ਦੀ ਉਸ ਲਹਿਰ ਦਾ ਜਨਮ ਹੋਇਆ, ਜਿਸ ਨੇ ਰੋਮ ਦੇ ਈਸਾਈ ਮਤ ਦਾ ਪਤਨ ਕੀਤਾ। ਇਸੇ ਦੇ ਸਿੱਟੇ ਵਜੋਂ ਸਾਹਿਤ ਵਿੱਚ ਅਖੌਤੀ ਪੁਨਰ ਜਾਗਰਤੀ ਦੇ ਅੰਦੋਲਨ ਦਾ ਆਰੰਭ ਹੋਇਆ, ਜਿਸ ਵਿੱਚ ਸ਼ੇਕਸਪੀਅਰ ਵਰਗੇ ਵਿਅਕਤੀਆਂ ਨੂੰ ਲੋਕ ਮਨਾਂ ਵਿੱਚ ਉਹ ਗੌਰਵਮਈ ਸਥਾਨ ਪ੍ਰਾਪਤ ਹੋਇਆ, ਜੋ ਧਰਮ ਦੇ ਆਚਾਰੀਆਂ ਤੋਂ ਵੀ ਵਧੇਰੇ ਮਹੱਤਵਪੂਰਨ ਮੰਨਿਆ ਜਾਣ ਲੱਗਾ। ਜਦੋਂ ਪਤਤ ਤੇ ਭ੍ਰਸ਼ਟ ਪੋਪਾਂ ਨੂੰ ਸਫਲਤਾ ਨਾਲ ਗੱਦੀ ਤੋਂ ਲਾ ਦਿੱਤਾ ਗਿਆ, ਤਾਂ ਵੀ ਮਨੁੱਖ ਦੀ ਆਤਮਾ ਦੀ ਅਖੰਡਤਾ ਦਾ ਖੰਡਿਤ ਹੋਣਾ ਜਾਰੀ ਰਿਹਾ। ਇਹ ਕਾਰਜ ਲੂਥਰ ਵਰਗੇ ਲਘੂ ਮਨੁੱਖਾਂ ਦੁਆਰਾ ਕੀਤਾ ਗਿਆ, ਜਿਸ ਦਾ ਕਾਰਨ ਲੋਕਾਂ ਵਿੱਚ ਬੌਧਿਕ ਉਤੇਜਨਾ ਅਸੰਜਮੀ ਰੂਪ ਵਿੱਚ ਸੀਖ ਕੇ ਅਜਿਹੀਆਂ ਅਨਿਯੰਤਰਿਤ ਇੰਦਰੀਆਈ ਕਾਮਨਾਵਾਂ ਨੂੰ ਜਗਾ ਦਿੱਤਾ ਗਿਆ ਸੀ, ਜੋ ਇਹਨਾਂ ਨੂੰ ਹੀ ਜੀਵਨ ਦਾ ਸਭ ਕੁਝ ਤੇ ਅੰਤਮ ਨਿਸ਼ਾਨਾ ਮੰਨਣ ਲੱਗ ਪਏ ਸਨ। ਵਿਚਾਰਾਂ ਦੀ ਇਹ ਨਵੀਂ ਸੰਸਕ੍ਰਿਤੀ ਤੇ ਸੱਭਿਆਚਾਰ, ਜਿਸ ਦਾ ਆਰੰਭ ਇਸ ਸਮੇਂ ਯੂਰਪ ਵਿੱਚ ਹੋਇਆ, ਆਪਣੇ ਵਿੱਚ ਕਈ ਖੋਜਾਂ ਤੇ ਸੁੰਦਰ ਲਪਤਾਂ ਲਈ ਬੈਠਾ ਸੀ, ਪਰ ਇਸ ਨੇ ਮਨੁੱਖ ਦੇ ਵਾਸਤਵਿਕ ਘਰ ਯਾਨੀ ਆਤਮਾ ਨੂੰ ਨਸ਼ਟ ਕਰ ਦਿੱਤਾ ਸੀ। ਇਸ ਦਾ ਬਿਜਲਈ ਪ੍ਰਕਾਸ਼ ਮਕਬਰਿਆਂ ਨੂੰ ਰੋਸ਼ਨ ਕਰਨ ਉੱਤੇ ਜ਼ੋਰ ਦਿੰਦਾ ਸੀ। ਇਸ ਨੇ ਮਨੁੱਖ ਦੇ ਜੀਵਨ ਰੂਪੀ ਸ਼ਹਿਰ ਨੂੰ ਨਿਰਜਿੰਦ ਕਰ ਦਿੱਤਾ ਸੀ, ਤੇ ਉਹ ਮਸ਼ੀਨੀ ਰੂਪ ਦਾ ਬੇਤੁਕਾ ਜਿਹਾ ਦ੍ਰਿਸ਼ ਬਣ ਗਿਆ ਸੀ। ਗੁਰੂ ਜੀ ਫਰਮਾਉਂਦੇ ਹਨ, ਮਨੁੱਖ ਤੂੰ ਬਾਹਰ ਆ,
ਤੇ ਸ੍ਰਿਸ਼ਟੀ ਦੇ ਰਹੱਸ ਦੇ ਪੁਰਾਣੇ ਪ੍ਰੇਮ ਵਿੱਚ ਰੰਗਿਆ ਜਾ। ਪਰਮਾਤਮਾ ਤਾਂ ਆਪਣੀ ਕੁਦਰਤ ਵਿੱਚ ਵਸਿਆ ਹੋਇਆ ਹੈ। ਤੂੰ ਮਨਸਾ ਤ੍ਰਿਸ਼ਨਾ ਦੀਆਂ ਇੰਦਰੀਗਤ ਖਿੱਚਾਂ ਦਾ ਤਿਆਗ ਕਰ। ਆਪਣੇ ਆਪ ਨੂੰ ਆਤਮਾ ਦੀਆਂ ਮਧੁਰ ਸੰਗੀਤਕ ਧੁਨਾਂ ਨਾਲ ਭਰਪੂਰ ਕਰ, ਜੋ ਸਤ ਸਰੂਪ ਬ੍ਰਿਛ ਦੇ ਆਪ ਮੁਹਾਰੇ ਖੇੜੇ ਵਜੋਂ ਬਸੰਤ ਬਹਾਰ ਵਾਂਗ ਮੌਲ ਉੱਠਦਾ ਹੈ। ਫਿਰ ਦੁਹਰਾ ਦਈਏ, ਗੁਰੂ ਜੀ ਫਰਮਾਉਂਦੇ ਹਨ, ਮਨੁੱਖ ਤੂੰ ਬਾਹਰ ਆ ਤੇ ਸ੍ਰਿਸ਼ਟੀ ਦੇ ਰਹੱਸ ਦੇ ਪੁਰਾਣੇ ਪ੍ਰੇਮ ਵਿੱਚ ਰੰਗਿਆ ਜਾ। ਪਰਮਾਤਮਾ ਤਾਂ ਆਪਣੀ ਕੁਦਰਤ ਵਿੱਚ ਵਸਿਆ ਹੋਇਆ ਹੈ। ਤੂੰ ਮਨਸਾ ਤ੍ਰਿਸ਼ਨਾ ਦੀਆਂ ਇੰਦਰੀਗਤ ਖਿੱਚਾਂ ਦਾ ਤਿਆਗ ਕਰ। ਆਪਣੇ ਆਪ ਨੂੰ ਆਤਮਾ ਦੀਆਂ ਮਧੁਰ ਸੰਗੀਤਕ ਧੁਨਾਂ ਨਾਲ ਭਰਪੂਰ ਕਰ, ਜੋ ਸਤ ਸਰੂਪ ਬ੍ਰਿਛ ਦੇ ਆਪ ਮੁਹਾਰੇ ਖੇੜੇ ਵਜੋਂ ਬਸੰਤ ਬਹਾਰ ਵਾਂਗ ਮੌਲ ਉੱਠਦਾ ਹੈ। ਇਹਨਾਂ ਸਭ ਵਸਤਾਂ ਨਾਲ ਆਪ ਮੁਹਾਰੀ ਸਹਾਨੁਭੂਤੀ ਦੇ ਪ੍ਰੇਮਾਨੰਦ ਵਿੱਚ ਵਿਚਰ, ਤਾਂ ਤੇਰਾ ਜੀਵਨ ਦਾ ਹਰ ਕਰਮ ਕਰਾਮਾਤ ਬਣ ਜਾਵੇਗਾ ਤੇ ਹਰ ਸਵਾਸ ਪ੍ਰੇਮ ਦੇ ਰੰਗ ਵਿੱਚ ਵਾਧਾ ਕਰਕੇ ਨਵਾਂ ਬੋਧ ਕਰਵਾਏਗਾ। ਸਾਰ ਤੱਤ ਇਹ ਹੈ ਕਿ ਇਸ ਮੰਡਲ ਵਿੱਚ ਵਿਚਰਨ ਲਈ ਤੈਨੂੰ ਆਤਮਾ ਨਾਲ ਸਾਂਝ ਪਾਉਣੀ ਹੋਵੇਗੀ। ਇਹੋ ਹੀ ਜੀਵਨ ਦੇ ਸੰਚਾਲਨ ਦੀ ਸਾਰੀ ਪ੍ਰਕਿਰਿਆ। ਫਿਰ ਦੁਹਰਾ ਦਈਏ, ਇਹਨਾਂ ਸਭ ਵਸਤਾਂ ਨਾਲ ਆਪ ਮੁਹਾਰੀ ਸਹਾਨੁਭੂਤੀ ਦੇ ਪ੍ਰੇਮਾਨੰਦ ਵਿੱਚ ਵਿਚਰ, ਤਾਂ ਤੇਰਾ ਜੀਵਨ ਦਾ ਹਰ ਕਰਮ ਕਰਾਮਾਤ ਬਣ ਜਾਵੇਗਾ ਤੇ ਹਰ ਸਵਾਸ ਪ੍ਰੇਮ ਦੇ ਰੰਗ ਵਿੱਚ ਵਾਧਾ ਕਰਕੇ ਨਵਾਂ ਬੋਧ ਕਰਵਾਏਗਾ। ਸਾਰ ਤੱਤ ਇਹ ਹੈ ਕਿ ਇਸ ਮੰਡਲ ਵਿੱਚ ਵਿਚਰਨ ਲਈ ਤੈਨੂੰ ਆਤਮਾ ਨਾਲ ਸਾਂਝ ਪਾਉਣੀ ਹੋਵੇਗੀ। ਇਹੋ ਹੀ ਹੈ ਜੀਵਨ ਦੇ ਸੰਚਾਲਨ ਦੀ ਸਾਰੀ ਪ੍ਰਕਿਰਿਆ। ਪ੍ਰਭੂ ਪ੍ਰੀਤਮ ਵੱਲ ਉੱਚਾ ਤੱਕੋ। ਗੁਰੂ ਜੀ ਤਾਂ ਪਿਆਰੇ ਪਿਤਾ ਹਨ, ਉਹ ਦਿਆਲੂ ਹਨ। ਜਦੋਂ ਤੁਸੀਂ ਉਹਨਾਂ ਵੱਲ ਤੱਕਦੇ ਹੋ, ਉਹਨਾਂ ਦੀ ਸ਼ਰਨ ਪੈਂਦੇ ਹੋ, ਤਾਂ ਸਭ ਕੁਝ ਭਲਾ ਹੁੰਦਾ ਹੈ। ਉਸੇ ਦਾ ਭਾਵ ਰੱਖੋ ਤੇ ਨਿਰਭਉ ਹੋ ਜਾਓ। ਇਸ ਦੇ ਬਦਲੇ ਵਿੱਚ ਤੁਹਾਡੇ ਕੋਲ ਕੋਈ ਮੰਗ ਨਹੀਂ ਕੀਤੀ ਜਾਂਦੀ, ਕੇਵਲ ਇਹੋ ਆਸ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਜੀਵਨ ਦੀ ਦਿਸ਼ਾ ਨੂੰ ਬਦਲ ਲਓ। ਸੂਰਜ ਵੱਲ ਮੂੰਹ ਕਰੋ ਤੇ ਤੁਰੇ ਚੱਲੋ। ਸਾਰੇ ਪਰਛਾਵੇਂ ਤੁਹਾਡੇ ਪਿੱਛੇ ਭੱਜੇ ਆਉਣਗੇ। ਪਰਛਾਵਿਆਂ ਦੇ ਪਿੱਛੇ ਦੌੜਨਾ ਛੱਡ ਦਿਓ, ਇਹ ਨਿਰਾ ਪਾਗਲਪਣ ਹੈ। ਫਿਰ ਦੁਹਰਾ ਦਈਏ, ਪ੍ਰਭੂ ਪ੍ਰੀਤਮ ਵੱਲ ਉੱਚਾ ਤੱਕੋ। ਗੁਰੂ ਜੀ ਤਾਂ ਪਿਆਰੇ ਪਿਤਾ ਹਨ, ਉਹ ਦਿਆਲੂ ਹਨ। ਜਦੋਂ ਤੁਸੀਂ ਉਹਨਾਂ ਵੱਲ ਤੱਕਦੇ ਹੋ, ਉਹਨਾਂ ਦੀ ਸ਼ਰਨ ਪੈਂਦੇ ਹੋ, ਤਾਂ ਸਭ ਕੁਝ ਭਲਾ ਹੁੰਦਾ ਹੈ। ਉਸੇ ਦਾ ਭਾਵ ਰੱਖੋ ਤੇ ਨਿਰਭਉ ਹੋ ਜਾਓ। ਇਸ ਦੇ ਬਦਲੇ ਵਿੱਚ ਤੁਹਾਡੇ ਕੋਲ ਕੋਈ ਮੰਗ ਨਹੀਂ ਕੀਤੀ ਜਾਂਦੀ, ਕੇਵਲ ਇਹੋ ਆਸ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਜੀਵਨ ਦੀ ਦਿਸ਼ਾ ਨੂੰ ਬਦਲ ਲਓ। ਸੂਰਜ ਵੱਲ ਮੂੰਹ ਕਰੋ ਤੇ ਤੁਰੇ ਚੱਲੋ। ਸਾਰੇ ਪਰਛਾਵੇਂ ਤੁਹਾਡੇ ਪਿੱਛੇ ਭੱਜੇ ਆਉਣਗੇ। ਪਰਛਾਵਿਆਂ ਦੇ ਪਿੱਛੇ ਦੌੜਨਾ ਛੱਡ ਦਿਓ, ਇਹ ਨਿਰਾ ਪਾਗਲਪਣ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।